Good morning, students. I hope you all are doing well. And today I am going to continue our chapter number 6, and the topic is objective of GST. ਅੱਜ ਦੇ ਇਸ ਟੌਪਿਕ ਦੇ ਵਿੱਚ GST ਦੇ ਆਬਜੈਕਟਿਵਸ ਆ ਜਿਹੜੇ ਉਹਨਾਂ ਨੂੰ ਡਿਸਕਸ ਕਰਨਾ ਹੈ। ਸੋ ਮੇਨ ਦੇਖੋ ਕਿ ਬਿਜ਼ਨਸ ਦੇ ਵਿੱਚ GST ਨੂੰ ਲੈ ਕੇ ਆਉਣ ਦਾ ਮੇਨ ਮਕਸਦ ਕੀ ਸੀ। ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਇਨਡਾਇਰੈਕਟ ਟੈਕਸਿਸ ਚੱਲ ਰਹੇ ਸੀ। ਠੀਕ ਹੈ, ਹੁਣ ਬਿਜ਼ਨਸ ਨੂੰ ਕਨਵੀਨੀਅੰਟ ਬਣਾਉਣਾ ਸੀ, ਸੌਖਾ ਬਣਾਉਣਾ ਸੀਗਾ, ਤਾਂ ਗਵਰਨਮੈਂਟ ਨੇ ਰੂਲਸ ਕੱਢੇ ਜਿਹਦੇ ਨਾਲ ਬਹੁਤ ਸਾਰੇ ਇਨਡਾਇਰੈਕਟ ਟੈਕਸਿਸ ਨੂੰ ਖ਼ਤਮ ਕੀਤਾ ਗਿਆ। ਠੀਕ ਹੈ, ਇਨਡਾਇਰੈਕਟ ਜਿਹੜੇ ਟੈਕਸ ਸੀ ਉਹਨਾਂ ਨੂੰ ਖ਼ਤਮ ਕਰਕੇ ਇੱਕ ਟੈਕਸ ਲੈ ਆਂਦਾ, ਕਿਉਂਕਿ ਪਹਿਲਾਂ ਕੀ ਸੀਗਾ ਕਿ ਹਰੇਕ ਚੀਜ਼ ਨੂੰ ਬਣਾਉਣ 'ਤੇ ਉਹਦੇ ਹਰ ਇੱਕ ਸਟੈਪ ਦੇ ਵਿੱਚ ਕੋਈ ਨਾ ਕੋਈ ਟੈਕਸ ਦੇਣਾ ਪੈਂਦਾ ਸੀ, ਜਿਹਦੇ ਕਰਕੇ ਚੀਜ਼ਾਂ ਦੇ ਰੇਟ ਵੱਧ ਜਾਂਦੇ ਸੀ, ਮਹਿੰਗਾਈ ਹੋ ਜਾਂਦੀ ਸੀ। ਪਰ ਅੱਜ ਦੇ ਕੇਸ ਦੇ ਵਿੱਚ ਉਹ ਬਿਲਕੁਲ ਨਹੀਂ ਆ। ਇਹਦੇ ਵਿੱਚ ਐਕਸਾਈਜ਼ ਡਿਊਟੀ, ਸੇਲ ਟੈਕਸ ਐਂਡ ਸਰਵਿਸ ਟੈਕਸ 3 ਟੈਕਸ ਦੇਣੇ ਪੈਂਦੇ ਸੀਗੇ ਸਮਾਨ ਦੇ ਨਾਲ ਜੁੜੇ। ਪਰ ਬਿਜ਼ਨਸਮੈਨ ਨੂੰ ਇਹ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਨੇ ਕਿਤੇ ਨਾ ਕਿਤੇ ਔਖੇ ਲੱਗਦੇ ਸੀ, ਇੰਪਲੀਮੈਂਟੇਸ਼ਨ ਉਹਨਾਂ ਨੂੰ ਔਖੀ ਲੱਗਦੀ ਸੀ। ਤਾਂ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ GST ਦੇ ਆਉਣ ਦੇ ਨਾਲ। ਹੁਣ ਕੀ ਹੈ, ਬਿਜ਼ਨਸਮੈਨ ਨੇ ਸਿਰਫ ਇੱਕ ਟੈਕਸ ਪੇ ਕਰਨਾ GST ਦਾ, ਤਾਂ ਉਹਦੇ ਨਾਲ ਉਹਦਾ ਬਿਜ਼ਨਸ ਆ ਜਿਹੜਾ ਉਹ ਚਲਾਉਣਾ ਈਜ਼ੀ ਹੋ ਗਿਆ, ਸੌਖਾ ਹੋ ਗਿਆ। ਦੂਸਰਾ, ਇੱਕ ਜਿਹੜੀ ਕਾਮਨ ਨੈਸ਼ਨਲ ਮਾਰਕੀਟ ਆ ਉਹ ਬਹੁਤ ਜ਼ਿਆਦਾ ਡਿਵੈਲਪ ਹੋਈ ਆ, ਕਿਉਂਕਿ ਜਦੋਂ ਟੈਕਸ ਦੀ ਕੈਲਕੂਲੇਸ਼ਨ ਈਜ਼ੀ ਹੋ ਗਈ। ਠੀਕ ਹੈ, ਹੁਣ ਇਹਦੇ ਨਾਲ ਜਿਹੜਾ ਟੈਕਸ ਹਰ ਜਗ੍ਹਾ 'ਤੇ ਇੱਕੋ ਜਿਹਾ ਲਗਾਇਆ ਜਾਂਦਾ, ਅਤੇ ਜਿਹੜੀ ਸਾਡੀ ਕਾਮਨ ਨੈਸ਼ਨਲ ਮਾਰਕੀਟ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਠੀਕ ਹੈ, ਡਿਵੈਲਪਮੈਂਟ ਹੋ ਰਹੀ ਹੈ, ਕਿਸੇ ਵੀ ਜਗ੍ਹਾ 'ਤੇ ਰੇਟ ਜਿਹੜਾ ਘੱਟ ਵੱਧ ਨਹੀਂ ਕੀਤਾ ਜਾਂਦਾ, ਜਿਹਦੇ ਨਾਲ ਸਾਡੀ ਸਟੇਟ ਜਿਹੜੀ ਟੈਰੀਟਰੀ ਹੈ ਉਹ ਕਾਫੀ ਵਧੀਆ। ਐਗਜ਼ਾਮਪਲ ਦੇ ਤੌਰ 'ਤੇ ਦੇਖੋ ਵੀ, ਜਿਵੇਂ ਹੁਣ ਬਿਸਕਿਟ ਆ, ਆਲ ਓਵਰ ਇੰਡੀਆ ਦੇ ਵਿੱਚ ਉਹਨੂੰ ਵਰਤਿਆ ਜਾਂਦਾ। ਲੋਕ ਬਹੁਤ ਜ਼ਿਆਦਾ ਜਿਹੜੇ ਬਿਸਕਿਟਸ ਉਹਨਾਂ ਨੂੰ ਖਰੀਦਦੇ ਆ, ਅਤੇ ਬਿਸਕਿਟ 'ਤੇ ਜਿਹੜੀ ਪਰਸੈਂਟੇਜ ਆ GST ਦੀ ਉਹ ਹੈਗੀ ਹੈ 18%, 18%। ਤਾਂ ਉਹਦੇ ਨਾਲ ਕੀ ਆ ਕਿ ਮਾਰਕੀਟ ਦੇ ਵਿੱਚ ਜਦੋਂ ਸੇਮ ਰੇਟ ਲਾਗੂ ਕੀਤਾ ਜਾ ਰਿਹਾ ਬਿਸਕਿਟਸ 'ਤੇ, ਤਾਂ 18% ਦੀ ਕੈਲਕੂਲੇਸ਼ਨ ਹੈ ਜਿਹੜੀ ਉਹ ਇਨਕਮ ਦੇ ਰੂਪ ਦੇ ਵਿੱਚ ਗਵਰਨਮੈਂਟ ਕੋਲ ਚਲੀ ਗਈ। 18% ਕੈਲਕੂਲੇਸ਼ਨ ਜਿਹੜੀ ਉਹ GST ਦੀ ਉਹ ਜਿਹੜਾ ਮੈਨੂਫੈਕਚਰਰ ਹੋਊਗਾ ਉਹਨੇ ਪੇ ਕਰਨੀ ਹੋਏਗੀ। ਤਾਂ ਉਹਦੇ ਨਾਲ ਜਿਹੜੀ ਮਾਰਕੀਟ ਆ ਉਹ ਬਹੁਤ ਜ਼ਿਆਦਾ ਡਿਵੈਲਪ ਹੋ ਜਾਏਗੀ, ਕਿਉਂਕਿ ਜਿਹੜੇ ਸਾਡੇ ਕੋਲ ਰੇਟਸ ਨੇ ਉਹ ਕਾਮਨ ਨੇ। ਨੈਕਸਟ ਹੈ ਸਾਡੇ ਕੋਲ ਚੀਪਰ ਗੁਡਸ। ਹੁਣ ਬਹੁਤ ਸਾਰੇ ਟੈਕਸਿਸ ਨੂੰ ਖ਼ਤਮ ਕਰਕੇ ਇੱਕ ਟੈਕਸ ਲੈ ਜਾਂਦਾ, ਤਾਂ ਉਹਦੇ ਨਾਲ ਰੇਟ ਦੀ ਜਿਹੜੀ ਪਰਸੈਂਟੇਜ ਸੀਗੀ ਕੈਲਕੂਲੇਸ਼ਨ ਉਹ ਵੀ ਘੱਟ ਗਈ, ਔਰ ਜਿਹੜੀਆਂ ਗੁਡਸ ਦੇ ਵਿੱਚ ਬਹੁਤ ਜ਼ਿਆਦਾ ਰੇਟ ਲਾਇਆ ਜਾਂਦਾ ਸੀ ਹੁਣ ਉਹ ਵੀ ਘੱਟ ਗਿਆ। ਪਹਿਲਾਂ ਹਰ ਵਾਰੀ ਜਿਹੜਾ ਟੈਕਸ ਲਾਇਆ ਜਾਂਦਾ ਸੀ ਉਹਨੂੰ ਰੇਟ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ, ਵੀ ਜੇ ਚੀਜ਼ 10 ਰੁਪਏ ਦੀ ਹੈ 1% ਟੈਕਸ ਲੱਗਿਆ ਜਾਂ 2% ਟੈਕਸ ਲੱਗਿਆ, ਉਹੀ ਟੈਕਸ ਵਿੱਚ ਸ਼ਾਮਿਲ ਕੀਤਾ ਜਾਂਦਾ ਸੀ, ਐਡ ਕਰ ਦਿੱਤਾ ਜਾਂਦਾ ਸੀਗਾ। ਅਤੇ ਉਹ ਟੈਕਸ ਐਡ ਹੋਣ ਦੇ ਕਰਕੇ ਤਾਂ ਗੁਡਸ ਆ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਸੀਗੀਆਂ, ਪਰ ਹੁਣ ਗੁਡਸ ਆ ਜਿਹੜੀਆਂ ਉਹ ਸਸਤੀਆਂ ਹੋ ਗਈਆਂ, ਕਿਉਂਕਿ GST ਦੀ ਕੈਲਕੂਲੇਸ਼ਨ ਇੱਕ ਆ। ਅੱਗੇ ਹੈ ਸਿੰਪਲੀਫਾਈ ਇਨਡਾਇਰੈਕਟ ਟੈਕਸ ਸਿਸਟਮ। ਹੁਣ ਇਹਨੇ GST ਨੇ ਸਾਡੇ ਜਿਹੜੇ ਟੈਕਸ ਸਿਸਟਮ ਸੀਗੇ ਉਹਨਾਂ ਨੂੰ ਸਿੰਪਲੀਫਾਈ ਕਰਤਾ, ਕਿਉਂਕਿ ਅਸੀਂ ਇੱਕ ਵਾਰੀ ਹੀ ਕੈਲਕੂਲੇਸ਼ਨ ਕਰਨੀ ਹੈ, ਬਾਰ-ਬਾਰ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਸਾਡੇ ਜਿਹੜੇ ਟੈਕਸ ਸਿਸਟਮ ਆ ਉਹ ਪਹਿਲਾਂ ਨਾਲੋਂ ਸਿੰਪਲ ਹੋ ਗਿਆ। ਨੈਕਸਟ ਹੈ ਸਾਡੇ ਕੋਲ ਟੈਕਸ ਨੋਟ ਸਬਸਟੀਟਿਊਟ ਇਨਟੂ GST। ਕਿਹੜੇ ਚੀਜ਼ਾਂ ਦੇ ਲਈ ਅਸੀਂ ਟੈਕਸ ਕੈਲਕੂਲੇਟ ਨਹੀਂ ਕਰ ਸਕਦੇ GST ਦੇ ਅੰਡਰ। ਇੱਕ ਤਾਂ ਅਸੀਂ ਸੈਂਟਰਲ ਟੈਕਸ ਦੇ ਵਿੱਚ ਬੇਸਿਕ ਕਸਟਮ ਡਿਊਟੀ, ਐਕਸਪੋਰਟ ਡਿਊਟੀ, ਰਿਸਰਚ ਐਂਡ ਡਿਵੈਲਪਮੈਂਟ ਟੈਕਸਿਸ, ਐਂਟੀ ਡੰਪਿੰਗ ਡਿਊਟੀ ਅਤੇ ਸੇਫਗਾਰਡ ਡਿਊਟੀ। ਇਹ ਸਾਰੀਆਂ ਡਿਊਟੀਜ਼ ਆ ਜਿਹੜੀਆਂ ਉਹਨਾਂ ਨੂੰ GST ਦੇ ਵਿੱਚ ਮਿਲਾ ਕੇ ਨਹੀਂ ਲੈ ਸਕਦੇ, ਇਹ GST ਦਾ ਪਾਰਟ ਨਹੀਂ ਹਨ, ਤਾਂ ਇਹਨਾਂ ਡਿਊਟੀਜ਼ ਨੂੰ GST ਦੇ ਟਾਈਮ ਕਲੈਕਟ ਜਾਂ ਪੇ ਨਹੀਂ ਕੀਤਾ ਜਾਂਦਾ। ਅੱਗੇ ਹੈ ਸਟੇਟ ਟੈਕਸ। ਸਟੇਟ ਟੈਕਸਿਸ ਦੇ ਵਿੱਚ ਸਟੇਟ ਐਕਸਾਈਜ਼ ਡਿਊਟੀ, ਸਟੈਂਪ ਡਿਊਟੀ, ਮੋਟਰ ਵਹੀਕਲ ਟੈਕਸ, ਪ੍ਰੋਫੈਸ਼ਨ ਟੈਕਸ ਅਤੇ ਇਲੈਕਟ੍ਰੀਸਿਟੀ ਡਿਊਟੀ। ਇਹ ਸਾਰੀਆਂ ਡਿਊਟੀਜ਼ ਆ ਜਿਹੜੀਆਂ GST ਦਾ ਹਿੱਸਾ ਨਹੀਂ ਹਨ, ਅਤੇ ਇਹਨਾਂ ਨੂੰ ਜਦੋਂ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਉਦੋਂ GST ਦੇ ਵਿੱਚ ਨਹੀਂ ਲੈ ਕੇ ਆਂਦਾ ਜਾਂਦਾ। ਇਹਦੇ ਕਰਕੇ ਇਹ ਸਾਰੀਆਂ ਜਿਹੜੀਆਂ ਡਿਊਟੀਜ਼ ਨੇ ਉਹ GST ਦੀ ਕੈਲਕੂਲੇਸ਼ਨ ਤੋਂ ਬਾਹਰ ਨੇ। ਅੱਗੇ ਹੈ ਕਿਹੜੀਆਂ ਡਿਊਟੀਜ਼ ਆ ਜਿਹੜੀਆਂ ਟੈਕਸ ਦੇ ਵਿੱਚ ਆ ਜਾਂਦੀਆਂ, ਜਾਂ ਕਿਹੜੀਆਂ ਚੀਜ਼ਾਂ ਨੂੰ ਅਸੀਂ ਟੈਕਸ ਦੇ ਲਈ ਕੈਲਕੂਲੇਟ ਕਰਦੇ ਹਾਂ, ਜਾਂ ਕਿੰਨਾ ਟੈਕਸਿਸ ਨੂੰ GST ਦੇ ਆਉਣ ਦੇ ਨਾਲ ਖ਼ਤਮ ਕੀਤਾ ਗਿਆ। ਫਸਟ ਹੈ ਸਾਡੇ ਕੋਲ ਸੈਂਟਰਲ ਐਕਸਾਈਜ਼ ਡਿਊਟੀ। ਇਹਨੂੰ ਟੈਕਸ ਨੂੰ ਕੀਤਾ ਗਿਆ GST ਦੇ ਵਿੱਚ ਐਡ। ਸਰਵਿਸ ਟੈਕਸ, ਇਹ ਵੀ GST ਦਾ ਹੀ ਪਾਰਟ ਆ, ਵੀ ਇਹਨਾਂ ਦੀ ਜਗ੍ਹਾ 'ਤੇ GST ਕੈਲਕੂਲੇਟ ਕੀਤਾ ਜਾਂਦਾ ਹੈ। ਐਡੀਸ਼ਨਲ ਐਕਸਾਈਜ਼ ਡਿਊਟੀ, ਠੀਕ ਹੈ, ਜਿਹੜੀਆਂ ਸਪੈਸ਼ਲ ਗੁਡਸ ਹੁੰਦੀਆਂ, ਸਪੈਸ਼ਲ ਇੰਪੋਰਟੈਂਸ ਦੀਆਂ ਗੁਡਸ ਹੁੰਦੀਆਂ ਜਦੋਂ ਉਹਨਾਂ ਨੂੰ ਭੇਜਿਆ ਜਾਂਦਾ। ਠੀਕ ਹੈ, ਜਿਹੜੀਆਂ ਟੈਕਸਟਾਈਲ ਪ੍ਰੋਡਕਟਸ ਹੋਣਗੇ ਉਹਨਾਂ 'ਤੇ ਐਕਸਾਈਜ਼ ਡਿਊਟੀ ਲੱਗੇਗੀ ਐਡੀਸ਼ਨਲ।
ठीक है। टैक्सटाइल अगे है साडे कोले एक्साइज ड्यूटी है जिहड़ी ਉਹ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਨੇ ਉਹਨਾਂ 'ਤੇ, ਠੀਕ ਹੈ। 1955 ਦੇ ਐਕਟ ਦੇ ਅਕੋਰਡਿੰਗ ਜੋ ਸਾਡੇ ਕੋਲੇ ਮੈਡੀਕਲ ਜਿਹੜੀਆਂ ਮੈਡੀਸਨਸ ਹੁੰਦੀਆਂ, ਟੈਬਲੇਟਸ ਹੁੰਦੀਆਂ, ਉਹ ਜਦੋਂ ਬਣਾ ਕੇ ਭੇਜੀਆਂ ਜਾਂਦੀਆਂ ਤਾਂ ਉਹ ਬਣਾਉਣ ਤੋਂ ਬਾਅਦ ਇੱਕ ਟੈਕਸ ਹੈ ਜਿਹੜਾ GST ਦਾ ਉਹ ਪੇ ਕੀਤਾ ਜਾਂਦਾ ਹੈ। ਅੱਗੇ ਹੈ ਐਡੀਸ਼ਨਲ ਕਸਟਮ ਡਿਊਟੀ ਕਾਮਨਲੀ ਨੋਨ ਐਜ਼ ਕਾਊਂਟਰਵੈਲਿੰਗ ਡਿਊਟੀ। ਜੋ ਕਾਊਂਟਰਵੈਲਿੰਗ ਡਿਊਟੀ ਆ ਇਹ ਵੀ ਸਾਨੂੰ GST ਦੇ ਵਿੱਚ ਹੀ GST ਦੇ ਵਿੱਚ ਹੀ ਸ਼ਾਮਿਲ ਆ, ਤਾਂ ਅਸੀਂ ਇਸ ਦੀ ਜਗ੍ਹਾ 'ਤੇ GST ਜਿਹੜਾ ਉਹ ਪੇ ਕਰ ਸਕਦੇ ਹਾਂ। CVD GST ਕਹਿ ਸਕਦੇ ਹਾਂ ਇਹਨੂੰ, ਕਿ ਕਾਊਂਟਰਵੈਲਿੰਗ ਜਿਹੜੀ ਡਿਊਟੀ ਹੈ ਉਹ ਪੇ ਕੀਤੀ ਜਾਂਦੀ ਹੈ। ਸਰ ਚਾਰਜਿਸ ਹੋਣਗੇ ਜਿਹੜੇ, ਠੀਕ ਹੈ, ਸੈਂਟਰ ਗਵਰਨਮੈਂਟ ਦੁਆਰਾ ਲਗਾਏ ਜਾਂਦੇ ਹੋਣਗੇ ਕਿਸੇ ਵੀ ਗੁਡਸ ਜਾਂ ਸਰਵਿਸ ਦੇ ਨੇਚਰ ਨੂੰ ਦੇਖਦੇ ਹੋਏ। ਸਰ ਚਾਰਜਿਸ ਐਕਸਟਰਾ ਚਾਰਜਿਸ ਹੁੰਦੇ ਆ, ਠੀਕ ਹੈ, ਉਹ ਜਿਹੜੇ ਚਾਰਜਿਸ ਲਗਾਏ ਜਾਂਦੇ ਆ ਗਵਰਨਮੈਂਟ ਦੁਆਰਾ ਲਗਾਏ ਜਾਂਦੇ ਆ, ਤਾਂ ਅਗਰ ਕੋਈ ਹੈ ਤਾਂ ਉਹ GST ਦੇ ਵਿੱਚ ਹੀ ਪੇ ਕੀਤੇ ਜਾਣਗੇ। ਅੱਗੇ ਹੈ ਸਪੈਸ਼ਲ ਐਡੀਸ਼ਨਲ ਡਿਊਟੀ ਆਫ ਕਸਟਮਸ। ਸਪੈਸ਼ਲ ਐਡੀਸ਼ਨਲ ਡਿਊਟੀ ਆਫ ਕਸਟਮਸ ਆ ਜਿਹੜੀ ਉਹ ਵੀ GST ਦਾ ਹੀ ਪਾਰਟ ਆ, ਤਾਂ ਅਸੀਂ GST ਦੇ ਨਾਲ ਨਾਲ ਇਹਨਾਂ ਚੀਜ਼ਾਂ ਦੀ ਵੀ ਜਿਹੜੀ ਕੈਲਕੂਲੇਸ਼ਨ ਆ ਉਹ ਦੇਖ ਸਕਦੇ ਹਾਂ। ਸੋ ਇਹ GST ਦੇ ਪਾਰਟ ਨੇ। GST ਦੇ ਆਉਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਹਨਾਂ ਦੀ ਕੈਲਕੂਲੇਸ਼ਨ ਹੈ ਜਿਹੜੀ ਕਿਤੇ ਨਾ ਕਿਤੇ ਲਿਮਟਿਡ ਹੋਈ ਹੈ, ਇਹਦੇ ਨਾਲ ਕੈਲਕੂਲੇਸ਼ਨ ਕਰਨੀ ਸੌਖੀ ਹੋਈ ਹੈ। ਨੈਕਸਟ ਹੈ ਸਾਡੇ ਕੋਲੇ ਸਟੇਟ ਟੈਕਸ। ਇਹਦੇ ਵਿੱਚ ਸੈਂਟਰਲ ਸੇਲ ਟੈਕਸ ਹੈ ਜਿਹੜਾ ਉਹ GST ਦਾ ਪਾਰਟ ਆ। ਸਟੇਟ ਵੈਲਿਊ ਐਡਡ ਟੈਕਸ ਜਿਹਨੂੰ ਅਸੀਂ ਵੈਟ ਬੋਲਦੇ ਹਾਂ ਉਹ ਵੀ ਸ਼ਾਮਿਲ ਹੈ। ਲਗਜ਼ਰੀ ਟੈਕਸ, ਲਗਜ਼ਰੀ ਜਿਵੇਂ ਕੋਈ ਬਾਈਕ ਵਗੈਰਾ, ਕਾਰ ਵਗੈਰਾ ਖਰੀਦ ਰਹੇ ਹਾਂ, ਠੀਕ ਹੈ, ਲਗਜ਼ਰੀ ਮਟੀਰੀਅਲ ਖਰੀਦ ਰਹੇ ਹਾਂ, ਉਹਨਾਂ 'ਤੇ ਟੈਕਸ ਜਿਹੜਾ ਦੇਣਾ ਪੈਂਦਾ ਹੈ। ਅੱਗੇ ਹੈ ਟੈਕਸਿਸ ਔਨ ਲੋਟਰੀ। ਕਿਸੇ ਨੂੰ ਲੋਟਰੀ ਲੱਗੀ ਹੈ, ਠੀਕ ਹੈ, ਲੋਟਰੀ ਦਾ ਪੈਸਾ ਮਿਲਿਆ, ਉਹ ਵੀ ਟੈਕਸ ਦੇਣਾ ਪੈਂਦਾ। ਕੋਈ ਗੈਂਬਲਿੰਗ ਜੂਆ ਵਗੈਰਾ ਖੇਡ ਲਿਆ, ਬੈਟਲ ਕਰ ਰਹੇ ਹੈ, ਠੀਕ ਹੈ, ਸ਼ਰਤ ਵਗੈਰਾ ਲਗਾ ਰਹੇ ਹੈ, ਇਹ ਸਾਰੀਆਂ ਚੀਜ਼ਾਂ ਅਗਰ ਕੋਈ ਖੇਡ ਰਿਹਾ, ਠੀਕ ਹੈ, ਔਰ ਉਹਨਾਂ ਨੂੰ ਬਹੁਤ ਜ਼ਿਆਦਾ ਅਮਾਊਂਟ ਮਿਲਦੀ ਹੈ ਤਾਂ ਉਸ ਅਮਾਊਂਟ 'ਤੇ ਵੀ ਟੈਕਸ ਲਗਾਇਆ ਜਾਂਦਾ। ਆਕਟਰੀਜ਼ ਐਂਡ ਐਂਟਰੀ ਟੈਕਸ। ਆਕਟਰੀ ਜਦੋਂ ਕੋਈ ਸਮਾਨ ਸਮੁੰਦਰ ਦੇ ਰਸਤੇ ਭੇਜਿਆ ਜਾਂਦਾ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਟੈਕਸ ਜਿਹੜਾ ਉਹ ਦੇਣਾ ਪੈਂਦਾ ਹੈ। ਇੱਕ ਦੇਸ਼ ਦੇ ਵਿੱਚ ਐਂਟਰ ਕਰਨ ਦੇ ਲਈ ਟੈਕਸ ਜਿਹੜਾ ਉਹ ਦੇਣਾ ਪੈਂਦਾ। ਨੈਕਸਟ ਹੈ ਸਾਡੇ ਕੋਲੇ ਪਰਚੇਜ਼ ਟੈਕਸ। ਕੋਈ ਸਮਾਨ ਖਰੀਦਦੇ ਹਾਂ, ਪਰਚੇਜ਼ ਕਰਦੇ ਹਾਂ, ਤਾਂ ਉਹਦੇ ਲਈ ਸਾਨੂੰ GST ਦਾ ਜਿਹੜਾ ਟੈਕਸ ਆ ਉਹ ਦੇਣਾ ਪੈਂਦਾ ਹੈ। ਐਂਟਰਟੇਨਮੈਂਟ ਐਂਡ ਅਮਿਊਜ਼ਮੈਂਟ। ਇੰਟਰਟੇਨਮੈਂਟ ਕਰ ਰਹੇ ਹਾਂ, ਠੀਕ ਹੈ, ਜਿਵੇਂ ਕੋਈ ਮੂਵੀ ਵਗੈਰਾ ਦੇਖ ਰਹੇ ਹਾਂ ਜਾਂ ਕੋਈ ਵੀ ਸਿਨੇਮਾ ਵਗੈਰਾ ਨੇ, ਥੀਏਟਰ ਵਗੈਰਾ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਚਲਾਉਣ ਦੇ ਲਈ ਵੀ ਟੈਕਸ ਜਿਹੜਾ ਉਹ ਪੇ ਕੀਤਾ ਜਾਂਦਾ ਹੈ। ਸਟੇਟ ਜਿਹੜੀ ਇੱਕ ਗਵਰਨਮੈਂਟ ਆ ਉਹ ਸਰਚਾਰਜਿਸ ਲਗਾਉਂਦੀ ਹੈ, ਠੀਕ ਹੈ, ਜਿਹੜੇ ਕਿ ਗੁਡਸ ਸਪਲਾਈ ਦੇ ਲਈ ਹੁਣ ਜਿਹੜੀਆਂ ਗੁਡਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੇਜੀਆਂ ਜਾਂਦੀਆਂ ਹਨ ਉਹਨਾਂ ਗੁਡਸ 'ਤੇ ਜਿਹੜਾ ਸਰਚਾਰਜ ਆ ਉਹ ਲਗਾਇਆ ਜਾਂਦਾ। ਟੈਕਸਿਸ ਔਨ ਐਡਵਰਟਾਈਜ਼ਮੈਂਟ। ਅਗਰ ਕੋਈ ਕੰਪਨੀ ਆ ਆਪਣੇ ਮਟੀਰੀਅਲ ਦੀ ਐਡਵਰਟਾਈਜ਼ਮੈਂਟ ਕਰ ਰਹੀ ਹੈ ਤਾਂ ਉਸ ਚੀਜ਼ 'ਤੇ ਵੀ ਟੈਕਸ ਜਿਹੜੇ ਉਹ ਲਗਾਏ ਜਾਂਦੇ ਆ। ਅੱਗੇ ਹੈ ਸਾਡੇ ਕੋਲ ਕਲਾਸੀਫਿਕੇਸ਼ਨ ਆਫ ਗੁਡਸ ਐਂਡ ਸਰਵਿਸਿਜ਼। 3 ਤਰ੍ਹਾਂ ਦੀਆਂ ਹੋਣਗੀਆਂ। ਪਹਿਲਾਂ ਹੋਏਗੀ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਜਿਹਨੂੰ ਅਸੀਂ CGST ਕਹਿੰਦੇ ਹਾਂ। ਅੱਗੇ ਹੈ ਯੂਨੀਅਨ ਜਾਂ ਸਟੇਟ ਗੁਡਸ ਐਂਡ ਸਰਵਿਸ ਟੈਕਸ ਜਿਹਨੂੰ ਅਸੀਂ ਕਹਿੰਦੇ ਹਾਂ, ਠੀਕ ਹੈ। ਅੱਗੇ ਹੈ ਇੰਟੈਗਰੇਟਿਡ ਗੁਡਸ ਐਂਡ ਸਰਵਿਸ ਟੈਕਸ IGST, ਜਿਹੜਾ ਤਾਂ ਸਾਡੇ ਕੋਲ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਆ, ਠੀਕ ਹੈ, ਇਹਦੀ ਵੈਲਿਊ ਹੋਏਗੀ 6%। ਜਿਹੜਾ ਸਾਡੇ ਕੋਲ ਸਟੇਟ ਜਾਂ ਯੂਨੀਅਨ ਟੈਰੀਟਰੀ ਗੁਡਸ ਐਂਡ ਸਰਵਿਸ ਟੈਕਸ ਆ ਇਹਦੀ ਵੈਲਿਊ ਵੀ ਹੋਏਗੀ 6%। ਪਰ ਜਿਹੜਾ ਸਾਡੇ ਕੋਲ ਇੰਟੈਗਰੇਟਡ ਆ, ਠੀਕ ਹੈ, IGST ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਇਹਨਾਂ ਦੋਨੋਂ ਵੈਲਿਊਜ਼ ਦਾ ਟੋਟਲ ਆ। ਇਹਦਾ ਮਤਲਬ ਕਿ ਇਹਦਾ ਜਿਹੜਾ ਪੈਸਾ ਇਕੱਠਾ ਹੋਏਗਾ ਉਹ ਸੈਂਟਰ ਗਵਰਨਮੈਂਟ ਨੂੰ ਦੇਣਾ ਹੋਊਗਾ। ਇਹਦੇ ਵਿੱਚ ਜੋ ਕੈਲਕੂਲੇਸ਼ਨ ਪੈਸੇ ਇਕੱਠੇ ਕੀਤੇ ਹੋਣਗੇ ਟੈਕਸ ਦੇ ਉਹ ਸਟੇਟ ਗਵਰਨਮੈਂਟ ਨੂੰ ਦੇਣੇ ਹੋਣਗੇ। ਔਰ ਇਹਨਾਂ ਦੋਨਾਂ ਦਾ ਜਿਹੜਾ ਟੋਟਲ ਹੋਊਗਾ 12%। ਜੇ ਕਿਤੇ ਅਸੀਂ ਇੰਟਰਸਟੇਟ ਗੁਡਸ ਸੇਲ ਕਰਦੇ ਹਾਂ, ਕਿਸੇ ਹੋਰ ਜਗ੍ਹਾ 'ਤੇ ਸੇਲ ਕਰਦੇ ਹਾਂ, ਤਾਂ ਉਹਦਾ 12% ਜਿਹੜਾ ਉਹ ਦੇਣਾ ਪਏਗਾ। IGST ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ 12% ਹੋਏਗਾ। ਸੋ ਡਿਟੇਲ ਦੇ ਵਿੱਚ ਇਹਨਾਂ ਦੀ ਕੈਲਕੂਲੇਸ਼ਨਸ ਕੱਲ੍ਹ ਡਿਸਕਸ ਕਰਦੇ ਹਾਂ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪੁਆਇੰਟ ਜਿਹੜਾ ਅੱਜ ਦਾ ਟੌਪਿਕ ਉਹ ਸਮਝ ਆਇਆ ਹੋਵੇਗਾ। ਅਗਰ ਕੋਈ ਡਾਊਟ ਹੈ ਤਾਂ ਤੁਸੀਂ ਨਾਲ ਦੀ ਨਾਲ ਕਲੀਅਰ ਕਰਨੇ ਆ। ਥੈਂਕ ਯੂ। ਹੈਵ ਅ ਨਾਈਸ ਡੇ।